प्रार्थना करती हाँ कि जिन्होंने दुनिया को अपना दोस्त बनाया होया, चाहे वो किसी भी तरीके के नाल, और वो हमेशा एक मैं प्रार्थना करती कि वो लोग वो भैन और भरा परमेश्वर के पास आए। कोई भी हो सकता, जरूरी नहीं है कि सिर्फ नौजवान पीढ़ी ही दुनिया की दोस्ती के लगी हुई है, बल्कि कोई हर एक इंसान है जो दुनिया की दोस्ती के दुनिया की दोस्ती च फसिया हुआ है ना। पर प्रभु का शुक्र है कि असी सब लोग हैं जोड़े अपनी दुनिया की दोस्ती को छड्ड के प्रभु के पास आए हाँ और प्रभु की इबादत करते हाँ, प्रभु की महिमा करते हाँ, क्योंकि जिहड़ा परमेश्वर दे विच सानूं आनंद मिलता वो दुनिया च किते भी नहीं है। हालेलुया। दुनिया दे विच वो किते भी नहीं है ना। परमेश्वर भले हन, वफादार हन और उसने सानूं बचाया है ते संभाला है। और साडा कमांड है जिहड़ा इस गल ते उत्ते है कि परमेश्वर साडा परमेश्वर है और यीशु मसीह ने साडे लई सलीब उत्ते जान दे दित्ती, वही साडा दोस्त है। हालेलुया। इस गल दे उत्ते असीं कमांड करते हाँ कि परमेश्वर साडा दोस्त है और वो साडा अच्छा मित्र है। बाइबल च लिखिया है, गल है ना, बाइबल च लिखिया है मैं तुहानूं अपना मित्र करके सददा हाँ। हालेलुया। हालेलुया। क्योंकि वो भले परमेश्वर ने और वफादार ने ना, उन्हां तो असीं बेवफा हो सकते हैं ना, असीं कई बार परमेश्वर को दूर जा सकते हैं, पर परमेश्वर वफादार ने। हालेलुया। परमेश्वर किने वफादार ने। आओ असीं बाइबल वाल चलांगे। मरकुस दी इंजील, मरकुस दी इंजील उसदी 14 दी 61, मरकुस दी इंजील उसदी 14 दी 61 पढ़ांगे जदों असीं। पर वो चुप ही रहा ਅਤੇ ਕੁਝ ਜਵਾਬ ਨਾ ਦਿੱਤਾ। ਤਾਂ ਸਰਦਾਰ ਜਾਜਕ ਨੇ ਫਿਰ ਉਹਨੂੰ ਪੁੱਛਿਆ ਕਿ ਤੂੰ ਮਸੀਹ परम धन ਦਾ ਪੁੱਤਰ ਹੈ? ਯਿਸੂ ਨੇ ਆਖਿਆ ਮੈਂ ਹਾਂ। ਅੱਜ ਤੁਸੀਂ ਮਨੁੱਖ ਦੇ ਪੁੱਤਰ ਨੂੰ ਕੁਦਰਤ ਦੇ ਸੱਜੇ ਹੱਥ ਵਿਰਾਜਮਾਨ ਹੋਇਆ ਅਤੇ ਆਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ। ਬਸ ਜੀ। ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆ ਹੈ ਨਾ, ਯਿਸੂ ਮਸੀਹ, ਤੁਸੀਂ ਇਸ ਕਹਾਣੀ ਬਾਰੇ ਸਭ ਜਾਣਦੇ ਹੋਵੋਗੇ ਕਿ ਪਰਮੇਸ਼ਰ ਦੀ ਯਿਸੂ ਮਸੀਹ ਦੇ ਨਾਲ ਕੀ ਕੁਝ ਹੋਇਆ ਤੇ ਕਿਸ ਤਰ੍ਹਾਂ ਉਹਦੇ ਜਿਹੜੇ ਚੇਲੇ ਸੀ ਉਹ ਸਾਰੇ ਛੱਡ ਕੇ ਉਸ ਨੂੰ ਭੱਜ ਗਏ ਸੀ। ਕਿਸ ਤਰ੍ਹਾਂ ਆਪਣੇ ਚੇਲਿਆਂ ਨੂੰ ਕਹਿੰਦਾ ਸੀ ਕਿ ਤੁਸੀਂ ਜਾਗਦੇ ਰਹੋ ਨਾ, ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਦੇ ਵਿੱਚ ਨਾ ਪਵੋ ਨਾ। ਇਸ ਸਾਰੀ ਕਹਾਣੀ ਨੂੰ ਤੁਸੀਂ ਸਭ ਜਾਣਦੇ ਹੋ। ਔਰ ਯਿਸੂ ਮਸੀਹ ਨੂੰ ਕਿਸ ਤਰ੍ਹਾਂ ਫੜਵਾਇਆ ਕਿ ਗਤਸਮਨੀ ਬਾਗ ਦੇ ਵਿੱਚ, ਇਹ ਸਭ ਤੁਸੀਂ ਜਾਣਦੇ ਹੋ। ਮੈਨੂੰ ਪਤਾ ਹੈ ਸਭ ਕੁਝ ਤੁਹਾਨੂੰ ਬਾਈਬਲ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ, ਸੁਣਿਆ ਹੋਣਾ ਕਿ ਯਿਸੂ ਮਸੀਹ ਨੂੰ 3 ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਗਿਆ। ਔਰ ਜਦੋਂ ਯਿਸੂ ਮਸੀਹ ਜੀ ਨੂੰ ਫੜਿਆ ਗਿਆ ਤਾਂ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਉਸ ਨੂੰ ਪ੍ਰਧਾਨ ਜਾਜਕ ਦੇ ਸਾਹਮਣੇ ਪੇਸ਼ ਕੀਤਾ ਗਿਆ। ਔਰ ਜਦੋਂ ਪ੍ਰਧਾਨ ਜਾਜਕ ਦੇ ਸਾਹਮਣੇ ਪੇਸ਼ ਕੀਤਾ ਗਿਆ, ਬਹੁਤ ਸਾਰੇ ਲੋਕ ਸੀ ਜਿਹੜੇ ਉਹ ਯਿਸੂ ਮਸੀਹ ਦੇ ਬਾਰੇ ਬਹੁਤ ਖਿਲਾਫ ਬੋਲਦੇ ਸੀ। ਉਹ ਕਹਿੰਦੇ ਸੀ ਕਿ ਯਿਸੂ ਮਸੀਹ ਨੇ ਕਿਹਾ ਹੈ ਕਿ ਹੈਕਲ ਨੂੰ ਜਿਹੜੀ ਇੰਨੇ ਸਾਲਾਂ ਦੇ ਵਿੱਚ ਬਣੀ ਆ ਉਹਨੂੰ ਢਾਹ ਕੇ 3 ਦਿਨਾਂ ਦੇ ਵਿੱਚ ਬਣਾ ਦੇਗਾ ਔਰ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਆਖਦਾ ਹੈ। ਔਰ ਇਸ ਤਰੀਕੇ ਨਾਲ ਉਹ ਕਹਿੰਦੇ ਸੀਗੇ, ਯਿਸੂ ਮਸੀਹ ਤੇ ਬਹੁਤ ਤਰ੍ਹਾਂ ਦੇ ਇਲਜ਼ਾਮ ਉਹ ਲਗਾਉਂਦੇ ਸੀਗੇ। ਪਰ ਯਿਸੂ ਮਸੀਹ ਉਹਦੇ ਚੁੱਪਚਾਪ ਖੜੇ ਸੀ, ਉਹਨਾਂ ਨੇ ਆਪਣਾ ਮੂੰਹ ਨਹੀਂ ਖੋਲਿਆ। ਤਾਂ ਬਾਈਬਲ 'ਚ ਲਿਖਿਆ ਹੈ ਤਾਂ ਪ੍ਰਧਾਨ ਜਾਜਕ ਨੇ ਉਸ ਨੂੰ ਕਿਹਾ ਕਿ ਤੂੰ ਆਪਣੇ ਬਾਰੇ ਕਿਉਂ ਕੁਝ ਬੋਲਦਾ ਨਹੀਂ ਹੈ, ਆਪਣੀ ਕੋਈ ਗਵਾਹੀ ਕਿਉਂ ਨਹੀਂ ਦਿੰਦਾ ਹੈ। ਤਾਂ ਬਾਈਬਲ ਦੇ ਵਿੱਚ ਲਿਖਿਆ ਹੈ ਤਾਂ ਜਾਜਕ ਨੇ ਉਸ ਨੂੰ ਪੁੱਛਿਆ, ਹੈ ਨਾ, ਜਾਜਕ ਨੇ ਉਸ ਨੂੰ ਪੁੱਛਿਆ ਪਰ ਉਹ ਚੁੱਪ ਹੀ ਰਿਹਾ ਤੇ ਕੁਝ ਜਵਾਬ ਨਾ ਦਿੱਤਾ। ਤਾਂ ਸਰਦਾਰ ਜਾਜਕ ਨੇ ਫਿਰ ਉਹਨੂੰ ਪੁੱਛਿਆ ਕਿ ਤੂੰ ਮਸੀਹ ਪਰਮ ਧਨ ਦਾ ਪੁੱਤਰ ਹੈ? ਯਿਸੂ ਨੇ ਆਖਿਆ ਮੈਂ ਹਾਂ। ਯਿਸੂ ਨੇ ਕਿਹਾ ਕਿਹਾ ਮੈਂ ਹਾਂ। ਔਰ ਤੁਸੀਂ ਮਨੁੱਖ ਦੇ ਪੁੱਤਰ ਨੂੰ ਕੁਦਰਤ ਦੇ ਸੱਜੇ ਹੱਥ ਵਿਰਾਜਮਾਨ ਹੋਇਆ ਅਤੇ ਆਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ। ਹਾਲੇਲੂਇਆ। ਇਸ ਗੱਲ ਦੀ ਗਵਾਹੀ ਹੈ ਜਿਹੜੀ ਪਰਮੇਸ਼ਰ ਦੇ ਬਹੁਤ ਸਾਰੇ ਚੇਲਿਆਂ ਨੇ ਦਿੱਤੀ ਕਿ ਯਿਸੂ ਮਸੀਹ ਪਰਮੇਸ਼ਰ ਜੋ ਸਰਵਸ਼ਕਤੀਮਾਨ ਪਰਮੇਸ਼ਰ ਆ। ਇਹਦੇ ਵਾਹਿਗੁਰੂ ਸ਼ਬਦ ਵੀ ਆ ਗਿਆ ਕਿ ਉਹ ਸਰਵਸ਼ਕਤੀਮਾਨ ਪਰਮੇਸ਼ਰ ਦੇ ਸੱਜੇ ਹੱਥ ਜਾ ਕੇ ਵਿਰਾਜਮਾਨ ਹੋ ਗਿਆ।
हालेलुया। मैं हाँ जिथे यीशु मसीह ने क्या है कि मैं हाँ और तुसी एक दिन तुसी मनुख दे पुत्र ਨੂੰ ਕੁਦਰਤ ਦੇ ਸੱਜੇ ਹੱਥ ਵਿਰਾਜਮਾਨ ਹੋਇਆ ਅਤੇ ਇਹ ਜਿਹੜੀ ਭਵਿੱਖਬਾਣੀ ਹੈ ਪੂਰੀ ਹੋ ਚੁੱਕੀ ਆ। ਅਤੇ ਆਕਾਸ਼ ਦੇ ਬੱਦਲਾਂ ਨਾਲ ਤੁਸੀਂ ਕੀ ਵੇਖੋਗੇ? ਆਉਂਦਾ ਹੋਇਆ ਵੇਖੋਗੇ। ਹਾਲੇਲੂਇਆ। ਕੀ ਲਿਖਿਆ ਬਾਈਬਲ ਵਿੱਚ ਕਿ ਇਹ ਜਿਹੜੀ ਭਵਿੱਖਬਾਣੀ ਅਸੀਂ ਪੂਰੀ ਹੋਣ ਵਾਲੀ ਹੈ ਨਾ, ਔਰ ਸਾਨੂੰ ਇਸ ਚੀਜ਼ ਲਈ ਤਿਆਰ ਹੋਣਾ ਹੈ ਕਿ ਅਸੀਂ ਪਰਮੇਸ਼ਰ ਦੇ ਨਾਲ ਅਸੀਂ ਖਾਣਾ ਉਸਦੇ ਟੇਬਲ ਤੇ ਬੈਠ ਕੇ ਖਾਣਾ ਖਾ ਸਕੀਏ ਨਾ। ਇੱਕ ਦੋਸਤ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਣਾ ਕੇ ਰੱਖਣਾ ਹੈ। ਹਾਲੇਲੂਇਆ। ਇੱਕ ਅੱਛਾ ਸੰਬੰਧ ਪਰਮੇਸ਼ਰ ਦੇ ਨਾਲ ਬਣਾ ਕੇ ਰੱਖਣਾ ਹੈ ਨਾ, ਕਿਉਂਕਿ ਉਹ ਸਰਵਸ਼ਕਤੀਮਾਨ ਪਰਮੇਸ਼ਰ ਨੇ। ਜਦੋਂ ਉਹ ਸਾਡੇ ਦੋਸਤ ਨੇ ਫਿਰ ਸਾਨੂੰ ਕਿਸੇ ਦੁਨੀਆ ਦੇ ਕਿਸੇ ਦੋਸਤੀ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਨਾ, ਕਿ ਸਾਡੇ ਲਈ ਸਾਡਾ ਇਹ ਰਿਸ਼ਤੇਦਾਰ ਸਾਡੇ ਲਈ ਖੜਾ ਹੋਏਗਾ ਸਾਡੀ ਮੁਸ਼ਕਲ ਦੇ ਵਿੱਚ, ਸਾਡੀ ਮੁਸੀਬਤ ਦੇ ਵਿੱਚ। ਸਾਡਾ ਪਰਮੇਸ਼ਰ ਯਹੋਵਾ ਪਰਮੇਸ਼ਰ ਜੋ ਸਰਵਸ਼ਕਤੀਮਾਨ ਪਰਮੇਸ਼ਰ ਹੈ ਉਹੀ ਸਾਡੇ ਨਾਲ ਖੜਾ ਹੈ। ਹਾਲੇਲੂਇਆ। ਹਰ ਮੁਸ਼ਕਲ ਦੇ ਵਿੱਚ ਹਰ ਮੁਸੀਬਤ ਦੇ ਵਿੱਚ ਪਰਮੇਸ਼ਰ ਸਾਡੇ ਨਾਲ ਖੜੇ ਨੇ। ਜਦੋਂ ਮੂਸਾ ਨੂੰ ਬਲਦੀ ਝਾੜੀ ਦੇ ਵਿੱਚੋਂ ਪਰਮੇਸ਼ਰ ਨੇ ਦਰਸ਼ਨ ਦਿੱਤਾ ਨਾ, ਤਾਂ ਪਰਮੇਸ਼ਰ ਨੇ ਉਸ ਨੂੰ ਕਿਹਾ ਨਾ ਕਿ ਤੂੰ ਜਾ ਨਾ। ਉਹ ਬੜੇ ਟਾਲ-ਮਟੋਲੇ ਕਰਦਾ ਸੀ ਕਿ ਮੈਂ ਮਿਸਰ ਦੇ ਵਿੱਚ ਨਹੀਂ ਜਾਵਾਂਗਾ, ਪਰ ਪਰਮੇਸ਼ਰ ਨੇ ਕਿਹਾ ਕਿ ਤੂੰ ਉਹਨਾਂ ਨੂੰ ਜਾ ਕੇ ਕਹਿ ਕਿ ਮੇਰੇ ਨਾਲ ਪਰਮੇਸ਼ਰ ਬੋਲਿਆ ਹੈ ਔਰ ਮੈਂ ਜੋ ਹਾਂ ਉਹ ਹਾਂ ਨਾ। ਹਾਲੇਲੂਇਆ। ਮੈਂ ਜੋ ਹਾਂ ਉਹ ਹਾਂ। ਇੱਥੇ ਵੀ ਯਿਸੂ ਮਸੀਹ ਕਹਿ ਰਹੇ ਨੇ ਨਾ ਕਿ ਮੈਂ ਤੁਹਾਨੂੰ ਤਾਂ ਕਿਹਾ ਪੁੱਤਰ ਹਾਂ। ਹਾਲੇਲੂਇਆ। ਇਹ ਅਦਭੁਤ ਹੈ ਨਾ ਕਿ ਪਰਮੇਸ਼ਰ ਜੋ ਸਰਵਸ਼ਕਤੀਮਾਨ ਪਰਮੇਸ਼ਰ ਦੇ ਪੁੱਤਰ ਹਨ, ਉਹ ਕਿਉਂਕਿ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਬਾਪ ਬੇਟਾ ਪਵਿੱਤਰ ਆਤਮਾ ਇਹ ਤਿੰਨੋਂ ਹੀ ਇੱਕੋ ਹੀ ਨੇ ਔਰ ਇਹ ਆਪਣੇ ਆਪ 'ਚ ਪੂਰਨ ਤੌਰ ਤੇ ਪਰਮੇਸ਼ਰ ਨੇ। ਹਾਲੇਲੂਇਆ। ਹਾਲੇਲੂਇਆ। ਬੇਸ਼ੱਕ ਇਹਨਾਂ ਦਾ ਕੰਮ ਅਲੱਗ-ਅਲੱਗ ਹੋ ਸਕਦਾ ਹੈ ਨਾ, ਬਾਪ ਬੇਟਾ ਪਵਿੱਤਰ ਆਤਮਾ ਇਹ ਤਿੰਨੋਂ ਇੱਕੋ ਹੀ ਨੇ ਔਰ ਇਹ ਸਾਰੇ ਇੱਕੋ ਹੀ ਹੋ ਕੇ ਕੰਮ ਕਰਦੇ ਨੇ। ਹਾਲੇਲੂਇਆ। ਬਾਈਬਲ 'ਚ ਇਸ ਲਈ ਲਿਖਿਆ ਨਾ, ਜਿਸ ਤਰ੍ਹਾਂ ਯੋਹੰਨਾ ਨੇ ਲਿਖਿਆ ਹੈ ਨਾ ਕਿ ਪਰਮੇਸ਼ਰ ਨੇ ਜਗਤ ਨਾਲ ਅਜਿਹਾ ਪ੍ਰੇਮ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ ਨਾ। ਅਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਵਿੱਚ ਜੀ ਰਹੇ ਹਾਂ ਨਾ, ਹਮੇਸ਼ਾ ਦੀ ਜ਼ਿੰਦਗੀ ਦੇ ਵਿੱਚ। ਹਾਲੇਲੂਇਆ। ਕਿਉਂਕਿ ਉਹ ਪਵਿੱਤਰ ਹਨ, ਉਹ ਅਤੀ ਪਵਿੱਤਰ ਪਰਮੇਸ਼ਰ ਹਨ ਔਰ ਉਹਨਾਂ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹੈ ਨਾ। ਔਰ ਯਿਸੂ ਮਸੀਹ ਬੜੀ ਪੂਰੀ ਦਲੇਰੀ ਦੇ ਨਾਲ ਕਹਿ ਰਹੇ ਨੇ ਨਾ ਕਿ ਹਾਂ ਮੈਂ ਯਿਸੂ ਨੇ ਆਖਿਆ ਕਿ ਮੈਂ ਹਾਂ ਔਰ ਤੁਸੀਂ ਮਨੁੱਖ ਦੇ ਪੁੱਤਰ ਨੂੰ ਕੁਦਰਤ ਦੇ ਸੱਜੇ ਹੱਥ ਵਿਰਾਜਮਾਨ ਹੋਇਆ ਅਤੇ ਆਕਾਸ਼ ਦੇ ਬੱਦਲਾਂ ਦੇ ਨਾਲ ਆਉਂਦਾ ਵੇਖੋਗੇ। ਹਾਲੇਲੂਇਆ। ਔਰ ਇਹ ਅਦਭੁਤ ਨਜ਼ਾਰਾ ਹੋਏਗਾ ਨਾ, ਅਦਭੁਤ ਹੋਏਗਾ ਨਾ ਕਿ ਅਸੀਂ ਪਰਮੇਸ਼ਰ ਨੂੰ ਇੱਕ ਦਿਨ ਬੱਦਲਾਂ ਦੇ ਉੱਤੇ ਆਉਂਦਾ ਹੋਇਆ ਵੇਖਾਂਗੇ। ਦਿਨ ਬਹੁਤ ਬੁਰੇ ਨੇ ਔਰ ਮੈਂ ਇਹੀ ਤੁਹਾਨੂੰ ਕਹਿਣਾ ਚਾਹਾਂਗੀ ਕਿ ਅਗਰ ਅਸੀਂ ਮਤਲਬ ਕਿ ਪਰਮੇਸ਼ਰ ਦੇ ਟੇਬਲ ਦੇ ਉੱਤੇ ਖਾਣਾ ਖਾਣਾ ਨਾ, ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਰ ਦੇ ਨਾਲ ਇੱਕ ਅੱਛਾ ਸੰਬੰਧ ਬਣਾ ਕੇ ਰੱਖੀਏ। ਇਹ ਸੰਬੰਧ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਜਦੋਂ ਟਾਈਮ ਮਿਲ ਗਿਆ ਚਲੋ ਵੀ ਕਿਸੇ ਦਿਨ ਪ੍ਰਾਰਥਨਾ ਕਰ ਲਈ ਜੀ, ਕਿਸੇ ਦਿਨ ਨਹੀਂ। ਉਸ ਨੂੰ ਡੇਲੀ ਦੀ ਇੱਕ ਰੂਟੀਨ ਬਣਾਓ। ਜਿਸ ਤਰ੍ਹਾਂ ਸਾਡਾ ਖਾਣਾ, ਸਾਡਾ ਨਹਾਣਾ ਇਹ ਸਾਡੀ ਇੱਕ ਡੇਲੀ ਦੀ ਰੂਟੀਨ ਹੈ, ਇਸੇ ਤਰੀਕੇ ਨਾਲ ਸਾਡਾ ਪਰਮੇਸ਼ਰ ਦੇ ਨਾਲ ਜਿਹੜਾ ਸੰਬੰਧ ਆ ਉਹ ਇਸੇ ਤਰੀਕੇ ਨਾਲ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਸਾਨੂੰ ਪਾਣੀ ਦੀ ਪਿਆਸ ਲੱਗਦੀ ਆ ਔਰ ਰੋਟੀ ਦੀ ਭੁੱਖ ਲੱਗਦੀ ਆ ਔਰ ਇਸੇ ਤਰੀਕੇ ਨਾਲ ਸਾਨੂੰ ਪਰਮੇਸ਼ਰ ਦੀ ਵੀ ਭੁੱਖ ਔਰ ਪਿਆਸ ਹੋਣੀ ਚਾਹੀਦੀ ਆ, ਕਿਉਂਕਿ ਉਹ ਵੀ ਸਾਡੇ ਅੱਛੇ ਦੋਸਤ ਨੇ ਔਰ ਅਸੀਂ ਹਰ ਸਮੇਂ ਇਹ ਮਹਿਸੂਸ ਕਰਾਂਗੇ ਕਿ ਹਾਂ ਸਾਨੂੰ ਸਾਡੇ ਜੇ ਕਿਸੇ ਨਾ ਕਿਸੇ ਚੀਜ਼ ਦੀ ਕਮੀ ਹੈ ਜਦੋਂ ਸਾਡਾ ਇੱਕ ਅੱਛਾ ਸੰਬੰਧ ਪਰਮੇਸ਼ਰ ਦੇ ਨਾਲ ਬਣਿਆ ਹੋਏਗਾ। ਹਾਲੇਲੂਇਆ। ਜਦੋਂ ਸਾਡਾ ਸੰਬੰਧ ਇੱਕ ਅੱਛਾ ਪਰਮੇਸ਼ਰ ਦੇ ਨਾਲ ਬਣਿਆ ਹੋਏਗਾ ਤਾਂ ਮੈਂ ਯਕੀਨ ਦਿਵਾਨੀ ਇਸ ਗੱਲ ਦਾ ਕਿ ਤੁਹਾਨੂੰ ਪਰਮੇਸ਼ਰ ਦੀ ਭੁੱਖ ਔਰ ਪਿਆਸ ਲੱਗੇਗੀ, ਤੁਹਾਨੂੰ ਬਚਨ ਦੀ ਪਿਆਸ ਲੱਗੇਗੀ, ਤੁਹਾਨੂੰ ਪ੍ਰਾਰਥਨਾ ਦੀ ਪਿਆਸ ਲੱਗੇਗੀ। ਹਾਲੇਲੂਇਆ। ਕਿ ਹਾਂ ਸਾਨੂੰ ਜ਼ਰੂਰਤ ਹੈ, ਸਾਡੇ ਸਰੀਰ ਦੇ ਵਿੱਚ ਸਾਡੀ ਆਤਮਾ ਦੇ ਵਿੱਚ ਕੁਝ ਨਾ ਕੁਝ ਕਮਜ਼ੋਰੀ ਹੈ, ਅਸੀਂ ਇਹਨੂੰ ਪ੍ਰੋਟੀਨ ਦਈਏ, ਵਿਟਾਮਿਨਸ ਦਈਏ ਨਾ ਬਾਈਬਲ ਦੇ। ਹਾਲੇਲੂਇਆ। ਔਰ ਉਹ ਅਦਭੁਤ ਪਰਮੇਸ਼ਰ ਨੇ ਔਰ ਤੁਸੀਂ ਉਸ ਅਦਭੁਤ ਪਰਮੇਸ਼ਰ ਦੇ ਬੇਟੇ ਬੇਟੀਆਂ ਔਰ ਅੱਛੇ ਦੋਸਤ ਹੋ ਜੋ ਮਤਲਬ ਕਿ ਸਾਰੇ ਧਰਮਾਂ ਤੋਂ ਮੈਂ ਕਹਿੰਦੀ ਉੱਪਰ ਨੇ ਔਰ ਜਿਹਦੇ ਵਿੱਚ ਧਰਮ ਦੀ ਕੋਈ ਗੱਲ ਨਹੀਂ ਹੈਗੀ ਔਰ ਅਸੀਂ ਪਰਮੇਸ਼ਰ ਦੇ ਧੀਆਂ ਔਰ ਪੁੱਤਰ ਹਾਂ ਸਿਰਫ ਉਹਦੇ ਲਹੂ ਦੇ ਵਸੀਲੇ, ਉਸ ਲਹੂ ਦੇ ਉਸ ਕ੍ਰਾਸ ਦੇ ਵਸੀਲੇ, ਕਿਉਂਕਿ ਉਹ ਲਹੂ ਹੀ ਹੈ ਜੋ ਸਾਨੂੰ ਬਚਾਉਂਦਾ ਹੈ, ਜਿਸ ਤੇ ਸਾਨੂੰ ਘਮੰਡ ਕਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਔਰ ਉਸ ਦੀ ਕ੍ਰਾਸ ਸਾਡਾ ਘਮੰਡ ਹੈ, ਉਸ ਦਾ ਲਹੂ ਸਾਡਾ ਘਮੰਡ ਹੈ ਨਾ। ਔਰ ਸਾਡੇ ਦੋਸਤ ਨੇ
ਸਾਡੇ ਲਈ ਹੈ ਨਾ ਅਸੀਂ ਪਰਮੇਸ਼ਰ ਦੇ ਸਾਹਮਣੇ ਖੜਨ ਦੇ ਯੋਗ ਵੀ ਨਹੀਂ ਆ, ਪਰ ਸਾਡੇ ਲਈ ਉਹ ਧਰਤੀ ਤੇ ਆਏ ਨੇ। ਹਾਲੇਲੂਇਆ। ਸੋ ਪਰਮੇਸ਼ਰ ਆਪ ਸਭ ਨੂੰ ਇਸ ਵਚਨ ਦੇ ਉੱਤੇ ਬਰਕਤ ਦੇ। बोलेंगे हालेलुया। यीशु के नाम दी बहुत सारी बरकत देवे। और समय हो रहा है पवित्र दिन का, बाकी हम प्रभु सेवक देवांगे और प्रभु की महिमा लिए जोरदार ताली बजाएंगे। Sargency di Saguli hallelujah Saguli hallelujah So ਅਸੀਂ ਪਰਮੇਸ਼ਰ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ। ਸੱਚਮੁੱਚ ਅੱਜ ਅਸੀਂ ਜਗ੍ਹਾ ਦੇ ਉੱਪਰ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਆ ਸਕੇ ਹਾਂ। ਪਰਮੇਸ਼ਰ ਦੇ ਭਵਨ ਦੇ ਅੰਦਰ, ਪਰਮੇਸ਼ਰ ਦੇ ਪਰਿਵਾਰ ਦੇ ਵਿੱਚ ਅਸੀਂ ਆਏ ਹਾਂ। ਜਦੋਂ ਅਸੀਂ ਪਰਮੇਸ਼ਰ ਦੇ ਲੋਕਾਂ ਦੀ ਸੰਗਤੀ ਕਰਦੇ ਹਾਂ ਤਾਂ ਸਮਝ ਅਸੀਂ ਪਰਮੇਸ਼ਰ ਦੇ ਪਰਿਵਾਰ ਦੇ ਵਿੱਚ ਹਾਂ ਔਰ ਪਰਮੇਸ਼ਰ ਦੇ ਘਰ ਦੇ ਵਿੱਚ ਹਾਂ। ਸੋ ਬਹੁਤ ਹੀ ਅਦਭੁਤ ਗੱਲ ਸਾਡੇ ਲਈ ਹੈ ਕਿ ਅਸੀਂ ਪਰਮੇਸ਼ਰ ਦੇ ਲੋਕਾਂ ਦੇ ਨਾਲ ਸੰਗਤੀ ਕਰਦੇ ਹਾਂ। ਸੋ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ। ਅੱਜ ਸਾਨੂੰ ਬਹੁਤ ਹੀ ਬੜੀ ਖੁਸ਼ੀ ਹੈ, ਬੜਾ ਆਨੰਦ ਹੈ ਪਰਮੇਸ਼ਰ ਦੇ ਵਿੱਚ। ਬਹੁਤ ਅੱਛੇ ਤਰੀਕੇ ਨਾਲ ਅਸੀਂ ਪਰਮੇਸ਼ਰ ਦੀ ਵਰਸ਼ਿਪ, ਉਹਦੀ ਬੰਦਗੀ ਇਸ ਜਗ੍ਹਾ ਦੇ ਉੱਪਰ ਕਰ ਰਹੇ ਹਾਂ। ਸੋ ਸੱਚਮੁੱਚ ਮੈਂ ਗਵਾਹੀਆਂ ਦੇ ਲਈ ਵੀ ਬਹੁਤ ਧੰਨਵਾਦ ਕਰਦਾ ਹਾਂ ਕਿ ਬਹੁਤ ਹੀ ਸੁੰਦਰ ਗਵਾਹੀਆਂ ਸਾਨੂੰ ਸੁਣਨ ਦੇ ਵਾਸਤੇ ਮਿਲੀਆਂ ਨੇ। ਔਰ ਗਵਾਹੀ ਉਹ ਹੈ ਜਿਹਦੇ ਦੁਆਰਾ ਜਦੋਂ ਅਸੀਂ ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ ਦੀ ਕਹਾਣੀ ਨੂੰ ਸਾਂਝਾ ਕਰਦਾ ਹੈ, ਆਪਣੇ ਜੀਵਨ ਦੀ ਕਹਾਣੀ ਵੰਡਦਾ ਹੈ ਇੱਕ ਦੂਸਰੇ ਦੇ ਨਾਲ, ਤਾਂ ਪਰਮੇਸ਼ਰ ਦਾ ਵਚਨ ਹੀ ਦੱਸਦਾ ਹੈ ਕਿ ਅਸੀਂ ਇਸ ਚੀਜ਼ ਦੇ ਸੱਚੇ ਗਵਾਹ ਬਣ ਜਾਂਦੇ ਹਾਂ ਕਿ ਉਸ ਪਰਮੇਸ਼ਵਰ ਨੇ, ਜਿਸ ਪਰਮੇਸ਼ਵਰ ਨੇ ਯਿਸੂ ਮਸੀਹ ਨੂੰ ਮੁਰਦਿਆਂ ਚੋਂ ਜ਼ਿੰਦਾ ਕੀਤਾ ਹੈ, ਉਹ ਇੱਕ ਸਬੂਤ ਹੈ ਸਾਡੀਆਂ ਗਵਾਹੀਆਂ ਕਿ ਯਿਸੂ ਜ਼ਿੰਦਾ ਹੈ। ਕੀ ਹੈ ਯਿਸੂ? ਪ੍ਰਭੂ ਯਿਸੂ, ਪ੍ਰਭੂ ਯਿਸੂ ਜ਼ਿੰਦਾ ਹੈ। ਸੋ ਬਹੁਤ ਸੁੰਦਰ ਗਵਾਹੀਆਂ ਸੁਣਨ ਦੇ ਵਾਸਤੇ ਮਿਲੀਆਂ ਔਰ ਜੱਸੀ ਨੇ ਸਾਡੇ ਸਾਹਮਣੇ ਯਿਸੂ ਦੇ ਵੱਡੇ ਕੰਮ ਨੂੰ ਰੱਖਿਆ ਹੈ। ਔਰ ਭੈਣ ਕਲਪਨਾ ਨੇ ਜਿਹਨਾਂ ਦਾ ਬੇਟਾ ਘਰੋਂ ਚਲੇ ਗਿਆ ਸੀ, ਬੜੀ ਠੰਡ ਸੀ, ਬੜੀ ਸਰਦੀ ਸੀ, ਮੈਂ ਵੀ ਬੜਾ ਉਹਨਾਂ ਦੇ ਨਾਲ ਸੋਚਿਆ ਸੀਗਾ ਵੀ ਕੋਈ ਬੱਚਾ ਘਰੋਂ ਬਾਹਰ ਸਮਾਂ ਬਤੀਤ ਕਰ ਰਿਹਾ, ਉਸ ਮਾਂ ਦਾ ਕੀ ਹਾਲ ਹੋਵੇਗਾ, ਜਿਸ ਮਾਂ ਦਾ ਬੇਟਾ ਘਰੋਂ ਚਲਿਆ ਗਿਆ ਹੈ, ਉਸ ਬਾਪ ਦਾ ਕੀ ਹਾਲ ਹੋਵੇਗਾ, ਕਦੀ ਮਾਂ ਦਾ ਇਸ ਬਾਪ ਦਾ ਕੀ ਹਾਲ ਹੋਵੇਗਾ ਜਿਹਦਾ ਬੇਟਾ ਘਰੋਂ ਚਲਿਆ ਗਿਆ ਹੈ। ਔਰ ਪਰਮੇਸ਼ਰ ਦਾ ਵਚਨ ਅਸੀਂ ਦੇਖਦੇ ਹਾਂ ਕਿ ਜਦੋਂ ਖੋਇਆ ਹੋਇਆ ਚੀਜ਼, ਖੋਇਆ ਹੋਇਆ ਬੇਟਾ ਲੱਭਦਾ ਹੈ ਤਾਂ ਬਾਈਬਲ ਵੀ ਬਿਆਨ ਕਰਦੀ ਹੈ, ਜਿੱਦਾਂ ਭੈਣ ਕਲਪਨਾ ਨੇ ਇਹਨਾਂ ਦੇ ਘਰ ਵੀ ਗਿਆ, ਕਹਿੰਦੀ ਮੇਰਾ ਬੇਟਾ ਮਰ ਗਿਆ ਸੀਗਾ, ਉਹ ਹੁਣ ਜਿਉਂਦਾ ਹੋ ਗਿਆ। ਹਾਲੇਲੂਇਆ। ਬਾਈਬਲ ਵੀ ਬਿਆਨ ਕਰਦੀ ਹੈ ਉਜਾੜੂ ਪੁੱਤਰ ਪ੍ਰੋਡੀਗਲ ਸਨ ਦੇ ਬਾਰੇ ਦੇ ਵਿੱਚ, ਜਦੋਂ ਉਹਦਾ ਬੇਟਾ ਚਲਿਆ ਗਿਆ ਸੀ ਬਾਪ ਦਾ ਨਾ, ਤੇ ਯਿਸੂ ਮਸੀਹ ਕਈ ਗੱਲਾਂ ਕਰਦੇ ਨੇ ਕਿ ਸੱਚੀ ਕਹਾਣੀ ਦਾ ਜ਼ਿਕਰ ਕਰਦੇ ਨੇ। ਅਗਰ ਕਿਸੇ ਦੀ ਭੇਡ ਖੋ ਗਈ ਹੈ ਤਾਂ ਚਰਵਾਹੇ ਦਾ ਬੜਾ ਲਾਸ ਹੈ, ਬਾਪ ਦਾ ਬੇਟਾ ਖੋ ਗਿਆ ਹੈ ਤਾਂ ਬਾਪ ਦਾ ਬੜਾ ਕੀ ਹੈ? ਲਾਸ ਹੈ, ਬੜਾ ਨੁਕਸਾਨ ਹੈ ਉਸ ਬਾਪ ਦਾ। ਤੇ ਬਾਈਬਲ ਬਿਆਨ ਕਰਦੀ ਹੈ ਕਿ ਜਦੋਂ ਬੇਟਾ ਵਾਪਸ ਆਇਆ, ਉਸ ਬਾਪ ਨੇ ਵੀ ਇਹੀ ਕਿਹਾ ਕਿ ਇਹ ਮੇਰਾ ਬੇਟਾ ਖੋ ਗਿਆ ਸੀ, ਹੁਣ ਲੱਭ ਗਿਆ ਹੈ, ਇਹ ਮੇਰਾ ਬੇਟਾ ਮਰ ਗਿਆ ਸੀ, ਹੁਣ ਜੀ ਪਿਆ ਹੈ। ਬੋਲੇ ਹਾਲੇਲੂਇਆ। ਸੱਚਮੁੱਚ ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ। ਤੁਹਾਨੂੰ ਮੈਂ ਉਤਸ਼ਾਹਿਤ ਵੀ ਕਰਦਾ ਹਾਂ ਕਿ ਸਾਡੇ ਵਿੱਚੋਂ ਹਰ ਇੱਕ ਨੂੰ ਇਸ ਪਲਪੜ ਦੇ ਆਉਣ ਦੀ ਇਜਾਜ਼ਤ ਹੈ। ਹਰ ਇੱਕ ਨੂੰ ਕੁਛ ਨਾ ਕੁਛ ਆਪਣੀ ਜ਼ਿੰਦਗੀ ਹੈ ਸ਼ੇਅਰ ਕਰਨੀ ਚਾਹੀਦੀ ਹੈ। ਹਾਲੇਲੂਇਆ। ਮੈਂ ਬੇਟੀ ਬਲਜਿੰਦਰ ਬੱਬੂ ਵਾਸਤੇ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸੁੰਦਰ ਬੱਚਨ ਦੇ ਨਾਲ ਸਾਡੇ ਨਾਲ ਇਸ ਜਗ੍ਹਾ ਤੇ ਸਹਾਇਤਾ ਕੀਤੀ ਹੈ। ਮੇਰੀ ਉਮੀਦ ਹੈ, ਮੈਂ ਐਕਸਪੈਕਟ ਕਰਦਾ ਇਸ ਚੀਜ਼ ਦੀ ਕਿ ਸਾਡੇ ਵਿੱਚੋਂ ਹਰ ਇੱਕ ਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ। ਇਹ ਬਾਈਬਲ ਕਹਿੰਦੀ ਹੈ, ਮੈਂ ਨਹੀਂ ਕਹਿੰਦਾ, ਪਰਮੇਸ਼ਰ ਚਾਹੁੰਦਾ ਹੈ। ਪਰਮੇਸ਼ਰ ਨੇ ਸਾਨੂੰ ਮਸੀਹ 'ਚ ਇੱਕ ਇਦਾਂ ਬਣਾਇਆ ਹੀ, ਸੇਵ ਸਾਡੀ ਬੰਤਿਸ਼ ਤਾਂ ਕੀਤੀ ਹੈ
मैं देख रहा सीगा, मैं अजे पढ़ावांगा नहीं कुछ भी, मैं देख रहा सीगा तस्सलुनीके दी किताब आ ਉਹਦੇ ਚ 5ਵੇਂ ਅਧਿਆਇ ਦੇ ਵਿੱਚ ਉੱਥੇ ਇੱਕ ਜਗ੍ਹਾ ਤੇ ਇਸ ਤਰ੍ਹਾਂ ਲਿਖਿਆ ਹੈ ਕਿ ਤੁਸੀਂ ਪਵਿੱਤਰ ਚੁੰਮੇ ਦੇ ਨਾਲ ਆਪਣੇ ਭਰਾਵਾਂ ਦੀ ਸੁੱਖ ਸਾਂਦ ਪੁੱਛਿਆ ਕਰੋ, ਆਪਣੇ ਭਰਾਵਾਂ ਦੀ ਸੁੱਖ ਸਾਂਦ ਪੁੱਛਿਆ ਕਰੋ। ਸੁਣਨ ਨੂੰ ਪੜ੍ਹਨ ਨੂੰ ਇਦਾਂ ਹੀ ਲੱਗਦਾ ਹੈ ਪਰ ਮੇਰਾ ਦਾਸ ਪਵਿੱਤਰ ਚੁੰਮੇ ਦੀ ਗੱਲ ਕਰ ਰਿਹਾ ਹੈ और एक दूसरे की सुख शांति की गल कर रहा है। एक दूसरे तक मैं सोचता ना कई बार अजकल मोबाइल ने मिलते हैं, हर लोगों को मिलने का मौका मिलता है, चाहे कोई दूर देश बैठा प्रदेश बैठा गल हो जाती है, फेस टू फेस गल हो जाती है, मोबाइल के ऊपर व्हाट्सएप कॉल के ऊपर देखते रहने हैं। पर एक समा सी ਜਦੋਂ ਕਿਸੇ ਤੱਕ ਦੋ ਬੱਚੇ ਲੈ ਕੇ ਹੋਏ ਪਹੁੰਚ ਜਾਂਦੇ ਸੀਗੇ, मैं उम्मीद करता हाँ तुसी ठीक ठाक होवोगे, ਅਸੀਂ ਵੀ ਇੱਥੇ ਠੀਕ ਠਾਕ ਹਾਂ। चिट्ठी का जवाब किन्ने दिनों बाद आउंदा हुंदा सीगा, चिट्ठी पहुंचण नूं समां लगदा सीगा, तां ओह लिखे हुए वचन जिहड़े सीगे ओह एक पवित्र चुम्मे वर्गे हुंदे सीगे। बोले हालेलुया, हालेलुया। अज साडे कोल समां है, ਅਸੀਂ ਕਿਸੇ ਨੂੰ ਮਿਲ ਸਕਦੇ ਹਾਂ, ਅਸੀਂ ਕਿਸੇ ਨਾਲ ਗੱਲਬਾਤ ਕਰ ਸਕਦੇ ਹਾਂ। ਸਾਡੇ ਕੋਲ ਚਰਚ ਹੈ, ਕਲੀਸਿਆ ਹੈ ਜੋ ਜਿਹਦੇ ਦੁਆਰਾ ਅਸੀਂ ਪਰਮੇਸ਼ਰ ਦੇ ਪਰਪਸ, ਪਰਮੇਸ਼ਰ ਦੇ ਮਕਸਦ ਨੂੰ ਪੂਰਾ ਕਰ ਸਕਦੇ ਹਾਂ। ਅਸੀਂ ਇੱਥੇ ਆ ਕੇ ਖੜੇ ਹੋ ਸਕਦੇ ਹਾਂ, अपनी जिंदगी की स्टोरी साझी कर सकते हैं, अपनी जिंदगी की कहानी हर एक की। मैनूं पता तुसीं इन्नी ठंड दे विच इस ठरी हुई धरती दे ऊपर बैठे हो, जो बड़ा कोई हीटर नहीं है, कुछ भी नहीं है, धुप नूं त्याग के अपने काम कार नूं त्याग के इस खड़े हुए फर्श दे ऊपर तुसीं बैठे हो, एवें नहीं बैठे हैगे। तुहाडे पास तुहाडी जिंदगी की कोई कहानी है। हालेलुया। तुहाडी जिंदगी च कुछ कीता है परमेश्वर ने, परमेश्वर दे तुसीं बड़े बड़े कमां नूं वेखिया है। ਤੁਸੀਂ ਉਮੀਦ ਕਰਦੇ ਹੋ ਜਿਸ ਪਰਮੇਸ਼ਰ ਨੇ ਸਾਡੇ ਲਈ ਵੱਡੇ ਵੱਡੇ ਕੰਮ ਕੀਤੇ ਨੇ ਉਹ ਅੱਜ ਵੀ ਵੱਡੇ ਵੱਡੇ ਕੰਮ ਕਰਦਾ ਹੈ, ਅੱਗੇ ਵੀ ਵੱਡੇ ਵੱਡੇ ਕੰਮ ਕਰੇਗਾ। ਹਾਲੇਲੂਇਆ। ਬਸ ਕਮੀ ਇਸ ਚੀਜ਼ ਦੀ ਹੈ ਕਿ ਅਸੀਂ ਇੱਕ ਦੂਸਰੇ ਦੀ ਸੁੱਖ ਸਾਂਦ ਲਈ ਕੁਝ ਕਰੀਏ, ਇੱਕ ਦੂਸਰੇ ਦੀ ਸੁੱਖ ਸਾਂਦ ਲਈ ਕੁਝ ਇੰਗਲਿਸ਼ ਦੇ ਵਿੱਚ ਗ੍ਰੀਟਿੰਗ ਦੇਈਏ ਕਿਸੇ ਦੂਸਰੇ ਨੂੰ, ਸੁੱਖ ਸਾਂਦ ਪੁੱਛੀਏ ਕਿਸੇ ਦੀ, ਕਿਸੇ ਦੇ ਨਾਲ ਆਪਣਾ ਜੀਵਨ ਸਾਂਝਾ ਕਰੀਏ ਕਿਸੇ ਦੇ ਨਾਲ। इस जगह के ऊपर पुलपट के ऊपर आके कुछ बोलिए, कुछ दो शब्द बोलिया करिए, हर कोई बोलिया करे, कोई छोटा मैसेज लेके आ सकते हैं। असली मैनू पता समा ज्यादा हो गया, मैं इंटरेस्ट नहीं कि मैं ज्यादा समा बोलना, मैं कहना तुसी ज्यादा समा बोल रहे थे आगे बोले। हालेलुया, हालेलुया। कि तुसी एक दूसरे से साथ हो सको, तुसी किसी नाल गलबात कर सको, तुसी अपना जीवन किसी नाल साझा कर सको। तो मैं बहुत ही धन्यवाद करना परमेश्वर का थोड़े वचन के लिए कि मैं ज्यादा समय ना लेता है, परमेश्वर के वचन पर जाऊंगा और मैं चाहूंगा